ਕੰਟੀਨਿਊ ਕਰਦੇ ਹਾਂ ਜੀ। ਕੰਸੀਡਰ ਦਾ ਜੋਗ੍ਰਾਫੀਕਲ ਡਿਟੇਲਸ ਗਿਵਨ ਇਨ ਦਾ ਫੋਲੋਇੰਗ ਫਿਗਰਸ। ਆ ਦੇਖੋ ਜੀ, ਆ ਹੈ ਜੀ ਤੁਹਾਡੇ ਲੌਂਗੀਟਿਊਡ ਤੇ ਲੈਟੀਟਿਊਡ ਦਿੱਤੇ ਆ। 5 ਡਿਗਰੀ ਈਸਟ ਲੌਂਗੀਟਿਊਡ ਤੋਂ 6 ਡਿਗਰੀ ਤੱਕ, ਠੀਕ। ਤੇ ਉੱਪਰ ਨੂੰ ਜਾਈਏ 50 ਤੋਂ 51 ਤੱਕ। ਹੁਣ ਦੇਖ ਲਓ ਜੀ, ਇਹ ਅੰਦਾਜ਼ੇ ਨਾਲ ਦੇਖੋ ਵੀ ਇਹ ਕਿਹੜੀ ਕੰਟਰੀਜ਼ ਲਈ ਹੈ। ਨਾਰਥ ਅਮੈਰੀਕਾ, ਸਾਊਥ ਅਮੈਰੀਕਾ, ਯੂਰੋਪ ਜਾਂ ਏਸ਼ੀਆ। ਧਿਆਨ ਨਾਲ ਦੇਖੀਏ ਨਾ ਜੀ, ਦੇਖੋ ਸਾਊਥ ਅਮੈਰੀਕਾ ਤਾਂ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਆਹ 50 ਤੋਂ 51 ਨਾਰਥ ਦੀ ਗੱਲ ਹੈ, ਠੀਕ। ਨਾਰਥ ਅਮੈਰੀਕਾ ਹੋ ਸਕਦਾ, ਪਰ ਜੇ ਆਪਾਂ ਦੇਖੀਏ 5 ਤੋਂ 6 0 ਡਿਗਰੀ ਜੀ ਪਾਸ ਹੁੰਦਾ ਆ ਇੰਗਲੈਂਡ ਦੇ ਵਿੱਚੋਂ, ਤੇ ਇੰਗਲੈਂਡ ਦੇ ਲਾਗੇ ਛਾਗੇ ਦੀ ਗੱਲ ਹੋ ਰਹੀ ਆ ਜੀ। ਆਪਾਂ ਨਕਸ਼ਾ ਦੇਖ ਲੈਂਦੇ ਹਾਂ। ਆਹ ਦੇਖੋ, ਆਹ ਹੈ ਜੀ ਤੁਹਾਡਾ 0 ਡਿਗਰੀ ਲੌਂਗੀਟਿਊਡ। ਇਹ ਤੁਹਾਡਾ ਇੱਥੋਂ ਇੰਗਲੈਂਡ ਤੋਂ ਪਾਸ ਹੁੰਦਾ। ਇਸ ਤੋਂ ਈਸਟ ਵੱਲ ਨੂੰ ਕੀ ਆ, ਯੂਰੋਪ ਆ, ਠੀਕ। ਇਸ ਤੋਂ ਈਸਟ ਵੱਲ ਦੀ ਗੱਲ ਹੋ ਰਹੀ ਆ, ਮਤਲਬ ਇਹਦੇ ਲਾਗੇ ਛਾਗੇ ਦੀ ਗੱਲ ਹੋ ਰਹੀ ਆ। ਉੱਪਰ ਨੂੰ 0 ਤੋਂ 30 ਡਿਗਰੀ, 30 ਤੋਂ 60, ਮਤਲਬ ਆਹ 50 ਤੋਂ 60 ਦੀ ਗੱਲ ਹੋ ਰਹੀ ਆ। ਇੱਥੇ ਤੱਕ ਦੀ ਗੱਲ ਹੋ ਰਹੀ ਕਿਤੇ। ਇਹ ਯੂਰੋਪ ਦਾ ਏਰੀਆ ਆਉਂਦਾ ਜੀ। ਇਹ ਅਮਰੀਕਾ ਦਾ ਨਹੀਂ, ਏਸ਼ੀਆ ਦਾ ਨਹੀਂ, ਅਫਰੀਕਾ ਦਾ ਨਹੀਂ, ਇਹ ਯੂਰੋਪ ਦਾ ਏਰੀਆ ਆ ਰਿਹਾ। ਤੁਹਾਨੂੰ ਇਸ ਕਰਕੇ ਲੈਟੀਟਿਊਡ ਲੌਂਗੀਟਿਊਡ ਦੀ ਥੋੜ੍ਹੀ ਸਮਝ ਹੋਣੀ ਚਾਹੀਦੀ ਆ। Which one of the following countries is the largest producer of fuel wood in the world? ਦੱਸੋ ਜੀ, ਸਭ ਤੋਂ ਜ਼ਿਆਦਾ ਲੱਕੜੀ ਦਾ ਇੰਧਨ ਫਿਊਲ ਵੁੱਡ ਕਿੱਥੋਂ ਪ੍ਰੋਡਿਊਸ ਹੁੰਦਾ ਜੀ? ਇੰਡੋਨੇਸ਼ੀਆ, ਰਸ਼ੀਆ, ਚਾਈਨਾ ਜਾਂ ਇੰਡੀਆ? ਇਹ ਹੈ ਜੀ ਰਸ਼ੀਆ। ਹੁਣ ਤੁਸੀਂ ਦੇਖਿਆ ਹੋਵੇਗਾ ਕਿ ਰਸ਼ੀਆ ਦਾ ਕਿੱਡਾ ਵੱਡਾ ਏਰੀਆ ਆ, ਉਹਦੇ ਵਿੱਚ ਕਿੰਨੇ ਨਾ ਬਰਫੀਲੇ ਏਰੀਏ ਵਿੱਚ ਦਰਖਤ ਲੱਗੇ ਆ। ਰਸ਼ੀਆ ਜੀ ਆਨਸਰ। Which one of the following countries has replaced Italy as the major importer of bauxite from India? ਕੋਈ ਕੰਟਰੀ ਸੀ ਜੀ ਇਟਲੀ, ਨਹੀਂ ਕੋਈ ਕੰਟਰੀ, ਹੁਣ ਕਿਹੜੀ ਆ ਉਹ ਪੁੱਛਿਆ ਗਿਆ। ਪਹਿਲਾਂ ਇਟਲੀ ਸਭ ਤੋਂ ਜ਼ਿਆਦਾ ਬੌਕਸਾਈਟ ਭਾਰਤ ਤੋਂ ਮੰਗਾਉਂਦਾ ਸੀ। ਹੁਣ ਉਹ ਕਿਹੜੀ ਕੰਟਰੀ ਆ ਜੀ? ਇਹ ਪ੍ਰਸ਼ਨ ਥੋੜ੍ਹਾ ਪੁਰਾਣਾ ਹੋ ਗਿਆ ਜੀ, 1998 ਦਾ, ਤੇ ਆਨਸਰ ਹੈ ਕੈਨੇਡਾ। ਪਰ ਤੁਸੀਂ ਇਹ ਯਾਦ ਰੱਖਣਾ ਕਿ ਕਰੰਟ ਅਫੇਅਰਸ ਵਿੱਚ ਕੁਛ ਇਸ ਤਰ੍ਹਾਂ ਦੇ ਜਿਹੜੇ ਨਿਊਜ਼ ਆ ਉਹਨਾਂ ਉੱਤੇ ਥੋੜ੍ਹਾ ਫੋਕਸ ਰੱਖਿਓ ਵੀ ਕਰੰਟ ਕਿਹੜੀ ਹੌਟ ਨਿਊਜ਼ ਆ, ਕਿਹੜੀ ਕੰਟਰੀ ਸਾਡਾ ਲਾਰਜੈਸਟ ਇੰਪੋਰਟਰ ਹੋ ਗਈ ਆ, ਐਕਸਪੋਰਟਰ ਹੋ ਗਏ ਅਸੀਂ ਉਹਨਾਂ ਨੂੰ। ਕੁਛ ਇਸ ਹਿਸਾਬ ਦੀਆਂ ਗੱਲਾਂ ਯਾਦ ਰੱਖਣੀਆਂ ਤੁਸੀਂ। ਇਹ ਪ੍ਰਸ਼ਨ ਪੁਰਾਣਾ ਹੋ ਗਿਆ, ਤੁਸੀਂ ਹੁਣ ਨਹੀਂ ਯਾਦ ਰੱਖਣਾ। ਹਾਂ, ਇਹਦੀ ਤਰਜ਼ ਤੇ ਹੋਰ ਪ੍ਰਸ਼ਨ ਪੁੱਛੇ ਜਾ ਸਕਦੇ ਆ। ਅੱਗੇ ਦੇਖੋ, ਇੰਡੋਨੇਸ਼ੀਅਨ ਫੋਰੈਸਟ ਫਾਇਰ ਇਨ 1997 ਵਾਜ਼ ਕਾਜ਼ਡ ਬਾਏ। 98 ਜੋ ਪ੍ਰਸ਼ਨ ਆਇਆ ਜੀ, ਉਹ ਕਹਿੰਦੇ 1997 ਵਿੱਚ ਇੰਡੋਨੇਸ਼ੀਆ 'ਚ ਜਿਹੜੀ ਜੰਗਲਾਂ 'ਚ ਅੱਗ ਲੱਗੀ ਸੀ ਉਹਦਾ ਕੀ ਰੀਜ਼ਨ ਸੀਗਾ। ਇਹ ਕਰੰਟ ਅਫੇਅਰਸ ਦਾ ਪ੍ਰਸ਼ਨ ਹੋ ਗਿਆ। ਤੇ ਆਨਸਰ ਆ ਜੀ ਨਨ ਆਫ ਦੀਸ। ਉਸ ਵੇਲੇ ਨਾ ਕਈ ਇਫੈਕਟ ਦੱਸੇ ਜਾ ਰਹੇ ਸੀਗੇ, ਆਹ ਇੰਡਸਟਰੀ ਐਕਸੀਡੈਂਟ ਕਰਕੇ, ਆਹ ਗੱਲ ਕਰਕੇ, ਆਹ ਗੱਲ ਕਰਕੇ, ਪਰ ਸਾਰੇ ਕਾਰਨ ਵਿਵਾਦਿਤ ਸੀ ਤੇ ਬਲੇਮ ਗੇਮ ਬਹੁਤ ਹੋ ਰਹੀ ਸੀ। ਐਗਜ਼ੈਕਟ ਕਾਰਨ ਨਹੀਂ ਪਤਾ ਲੱਗ ਸਕਿਆ ਸੀ, ਇਸ ਕਰਕੇ ਨਨ ਆਫ ਦੀਸ ਆ। ਪਰ ਤੁਸੀਂ ਯਾਦ ਰੱਖਣਾ ਕਿ ਜਿੱਦਾਂ ਮੰਨ ਲਓ ਕਿ ਆਸਟ੍ਰੇਲੀਆ ਵਿੱਚ ਫਾਇਰ ਹੋਈ ਸੀ 1-2 ਸਾਲ ਪਹਿਲਾਂ, ਉਹਦਾ ਕੀ ਕਾਰਨ ਸੀ। ਮਤਲਬ ਕਰੰਟ ਅਫੇਅਰਸ ਦਾ ਪ੍ਰਸ਼ਨ ਆ, ਤੁਸੀਂ ਉਸ ਹਿਸਾਬ ਨਾਲ ਇਹਨੂੰ ਦੇਖ ਲੈਣਾ ਜੀ। ਵੈਨ ਦੇਅਰ ਇਜ਼, ਆ ਦੇਖੋ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਜੀ, ਜੇ ਕਿਤੇ ਵੱਡੀ ਅੱਗ ਲੱਗੀ ਆ ਇਹਦਾ ਮਤਲਬ ਉਹਦਾ ਕਾਰਨ ਪੁੱਛਿਆ ਜਾ ਸਕਦਾ, ਠੀਕ। ਇਸ ਹਿਸਾਬ ਦੇ ਕੁਐਸਚਨ। ਵੈਨ ਦੇਅਰ ਇਜ਼ ਨੋਨ ਐਟ ਇੰਟਰਨੈਸ਼ਨਲ IST ਮਰੀਡੀਅਨ ਪੀਪਲ ਐਟ ਅਨਦਰ ਪਲੇਸ, ਠੀਕ ਹੈ ਨਾ। ਇੰਟਰਨੈਸ਼ਨਲ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਕੀ ਆ, ਜਿਹੜਾ 0 ਡਿਗਰੀ ਤੇ ਕੀ ਆ, ਨੂਨ ਆ, 12 ਵਜੇ ਆ ਜੀ। ਤੇ ਕਿਸੇ ਹੋਰ ਪਲੇਸ ਵਿੱਚ ਆਰ ਟੇਕਿੰਗ ਦੇਅਰ 6 o'clock ਮਾਰਨਿੰਗ ਟੀ, ਦੂਸਰੀ ਜਗ੍ਹਾ ਵਿੱਚ ਕੀ ਆ, ਸਵੇਰ ਦੇ 6 ਵਜੇ ਆ। ਦੱਸੋ ਜੀ ਇਸ ਜਗ੍ਹਾ ਦਾ ਲੌਂਗੀਟਿਊਡ ਕੀ ਹੋਊਗਾ। ਆਹ ਦੇਖੋ ਥੋੜ੍ਹਾ ਇੰਨਾ ਕੁ ਸਮਝ ਲਈਏ, ਆਹ ਧਰਤੀ ਆ, ਠੀਕ। ਆਹ ਹੈਗਾ ਤੁਹਾਡਾ ਇੰਗਲੈਂਡ ਤੋਂ ਪਾਸ ਹੁੰਦਾ ਹੋਇਆ 0 ਡਿਗਰੀ, ਠੀਕ ਹੈ ਜੀ, 0 ਡਿਗਰੀ। ਜੇ ਇੱਥੇ 12 ਵਜੇ ਆ, ਕਿੰਨੇ 12 ਵਜੇ ਦੁਪਹਿਰ ਦੇ, ਇਹਦਾ ਭਾਵ ਜੇ ਦੂਸਰੇ ਥਾਂ 6 ਵਜੇ ਆ, ਇਹਦਾ ਮਤਲਬ ਉਹ ਇਹਦੇ ਤੋਂ 6 ਸਵੇਰ ਦੇ 6 ਵਜੇ ਆ, ਇਹਦਾ ਮਤਲਬ ਪਿੱਛੇ ਆ, ਈਸਟ ਵੱਲ ਪਾਸੇ ਨਹੀਂ ਆ, ਵੈਸਟ ਵੱਲ ਪਾਸੇ ਆ, ਪਿੱਛੇ ਆ, ਉਹ ਇੱਥੇ ਆ ਕਿਤੇ, ਠੀਕ ਹੈ ਜੀ। ਇੱਥੇ ਵੱਜੇ ਆ 6, ਜੇ 12 ਵਜੇ ਆ ਤੇ ਇੱਥੇ ਵੱਜੇ ਆ 6, ਤਾਂ ਦੋਵਾਂ ਵਿੱਚ ਕਿੰਨੇ ਘੰਟੇ ਦਾ ਫਰਕ ਹੋ ਗਿਆ,
12 ਚੋਂ 6 ਘਟਾਏ 6 ਘੰਟੇ। ਹੁਣ ਤੁਸੀਂ ਦੇਖਣਾ ਆ ਕਿ 6 ਘੰਟੇ ਨਾ ਕਿੰਨੇ ਡਿਗਰੀ ਦੇ ਬਰਾਬਰ ਹੁੰਦੇ ਆ। ਇੰਨੀ ਗੱਲ ਤਾਂ ਕਲੀਅਰ ਆ ਕਿ ਇੱਥੋਂ ਵੈਸਟ ਵਾਲੇ ਪਾਸੇ ਨੂੰ ਆਂਸਰ ਆ। ਠੀਕ, ਆ ਈਸਟ ਵਾਲੇ ਚੱਕ ਦਿਓ ਜੀ ਤੁਸੀਂ, ਈਸਟ ਵਾਲਾ ਨਹੀਂ ਆਂਸਰ, ਵੈਸਟ ਵਾਲੇ ਪਾਸੇ ਦਾ ਆਂਸਰ ਆ ਕੋਈ। ਆਪਾਂ ਦੇਖ ਲੈਂਦੇ ਆ ਜੀ। ਹੁਣ ਤੁਸੀਂ ਇਹ ਦੇਖਣਾ ਆ ਕਿ ਜਿਹੜੀ ਧਰਤੀ ਗੋਲ ਆ, ਜਦੋਂ ਇੱਕ ਪੂਰਾ ਚੱਕਰ ਕੱਟਦੀ ਆ 24 ਘੰਟੇ ਤਾਂ ਕਿੰਨੇ ਡਿਗਰੀ ਹੋ ਜਾਂਦਾ ਜੀ ਐਂਗਲ? 360 ਡਿਗਰੀ। ਪੂਰੇ ਗੋਲੇ ਦਾ ਐਂਗਲ 360 ਡਿਗਰੀ। ਤਾਂ 1 ਘੰਟੇ ਦਾ ਕਿੰਨਾ ਹੋ ਗਿਆ ਐਂਗਲ? 360 ਬਟਾ 24, ਉਹ ਹੋ ਗਿਆ ਜੀ 15 ਡਿਗਰੀ। ਤਾਂ ਸਿੱਧੀ ਜੀ ਗੱਲ ਆ ਕਿ 6 ਘੰਟੇ ਦਾ ਆਪਾਂ ਲੱਭਣਾ ਆ ਡਿਗਰੀ। 6 ਘੰਟੇ ਦੇ ਕਿੰਨੇ ਡਿਗਰੀ ਦੇ ਬਰਾਬਰ? 6 ਗੁਣਾ 15 ਬਰਾਬਰ 90, ਭਾਵ ਇੱਥੋਂ 90 ਡਿਗਰੀ ਵੈਸਟ ਵੱਲ ਨੂੰ। ਆਂਸਰ ਆ ਜੀ ਡੀ, 90 ਡਿਗਰੀ ਵੈਸਟ ਵੱਲ ਨੂੰ। Which one of the following port cities in Venezuela has been developed as an oil port? ਦੱਸੋ ਜੀ। ਇਹ ਵੀ ਕਰੰਟ ਦਾ ਪ੍ਰਸ਼ਨ ਆ ਗਿਆ ਜੀ। ਵੈਨਜ਼ੂਏਲਾ 'ਚ ਆ ਕਿਹੜਾ ਪੋਰਟ ਆ, ਪੋਰਟ ਸਿਟੀ ਹੈ ਨਾ, ਉਹਨੂੰ ਆਇਲ ਪੋਰਟ ਦੇ ਰੂਪ ਵਿੱਚ ਡਿਵੈਲਪ ਕੀਤਾ ਗਿਆ ਜੀ। ਫੈਕਚੁਅਲ ਪ੍ਰਸ਼ਨ ਆ ਜੀ। ਮਾਰਾਸਾਈਬੋ, ਮਾਰਾਸਾਈਬੋ ਵੀ ਆਂਸਰ ਆ। ਆਂਦਾ ਠੀਕ ਆ, ਨਹੀਂ ਤਾਂ ਛੱਡ ਦੇਣਾ, ਕਿਉਂਕਿ ਅਦਰਵਾਈਜ਼ ਤੁਸੀਂ ਗਲਤੀ ਕਰਕੇ ਆਓਗੇ। ਪੋਰਟੋ ਮਿਰਾਂਡਾ ਵੈਨੇਜ਼ੁਏਲਾ ਵਿੱਚ ਮਾਰਾਕਾਈਬੋ ਝੀਲ ਦੇ ਪੂਰਬ ਵਾਲੇ ਪਾਸੇ ਸਥਿਤ ਇੱਕ ਤੇਲ ਬੰਦਰਗਾਹ ਹੈ। ਇਹ ਦੱਖਣੀ ਅਮਰੀਕਾ ਦਾ ਸਭ ਤੋਂ ਵੱਡਾ ਕੱਚੇ ਤੇਲ ਦਾ ਨਿਰਯਾਤ ਬੰਦਰਗਾਹ ਹੈ। ਇੱਥੋਂ ਸਭ ਤੋਂ ਜ਼ਿਆਦਾ ਕਰੂਡ ਆਇਲ ਦਾ ਐਕਸਪੋਰਟ ਹੁੰਦਾ। ਅਸਰਸ਼ਨ ਦੇਖ ਲਓ। ਚਿਲੀ continues to be an important producer of copper in the world। ਸੀ ਤੋਂ ਚਿਲੀ, ਸੀ ਤੋਂ ਕਾਪਰ। ਗੱਲ ਸਹੀ ਹੈ ਜੀ। ਸਭ ਤੋਂ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਕਾਪਰ ਇੱਥੋਂ ਕੀ ਹੁੰਦਾ ਜੀ, ਪ੍ਰੋਡਿਊਸ ਹੁੰਦਾ ਜੀ। ਸਹੀ ਗੱਲ ਆ। ਐਨ ਇੰਪੋਰਟੈਂਟ, ਮਹੱਤਵਪੂਰਨ, ਇਹ ਇੱਕ ਜਨਰਲ ਜੀ ਸਟੇਟਮੈਂਟ ਹੋ ਗਈ, ਉਸ ਹਿਸਾਬ ਨਾਲ ਸਹੀ ਆ। ਜੇ ਪੁੱਛਿਆ ਜਾਂਦਾ ਕਿ ਨੰਬਰ 1 ਪ੍ਰੋਡਿਊਸਰ ਆ, ਫਿਰ ਤੁਸੀਂ ਸ਼ੱਕ ਦੇ ਵਿੱਚ ਲੈ ਸਕਦੇ ਸੀ, ਪਰ ਇੰਪੋਰਟੈਂਟ ਲਿਖਿਆ, ਇਹਦਾ ਮਤਲਬ ਹਾਂ ਹੋ ਸਕਦਾ। ਠੀਕ ਆ ਜੀ, ਇਹ ਗੱਲ ਠੀਕ ਆ। ਚਿਲੀ ਇਜ਼ endowed with the world's largest deposit of porphyry copper। ਇਹ ਵੀ ਫੈਕਚੁਅਲ ਸਟੇਟਮੈਂਟ ਆ, ਇਹ ਵੀ ਸਹੀ ਆ। ਇਹਦੇ ਵਿੱਚ ਪੋਰਫਾਇਰੀ ਕਿਸਮ ਦਾ ਕਾਪਰ ਹੁੰਦਾ ਜੀ। ਕਾਪਰ ਦੀ ਪੋਰਫਾਇਰੀ ਇੱਕ ਉਹਦੀ ਹੋ ਗਈ ਜੀ ਕਿਸਮ, ਉਹਦਾ ਵਰਲਡ ਦਾ ਸਭ ਤੋਂ ਜ਼ਿਆਦਾ ਡਿਪੋਜ਼ਿਟ ਚਿਲੀ ਵਿੱਚ ਹੀ ਆ। ਇਹ ਵੀ ਗੱਲ ਸਹੀ ਹੈ ਜੀ। ਆਂਸਰ ਇਹ ਹੋ ਗਿਆ ਜੀ। ਦੋਨੇ ਸਹੀ ਆ ਤੇ ਆਰ ਕਰੈਕਟ ਐਕਸਪਲੇਨੇਸ਼ਨ ਆਫ ਏ ਹੈ। ਦਾਵਾ ਅਤੇ ਤਰਕ ਭਾਵ ਅਸਰਸ਼ਨ ਐਂਡ ਰੀਜ਼ਨ ਬੋਥ ਆਰ ਟਰੂ ਐਂਡ ਰੀਜ਼ਨ ਜੋ ਕਾਰਨ ਹੈ ਉਹ ਦਾਅਵੇ ਦੀ ਸਹੀ ਵਿਆਖਿਆ ਕਰਦਾ ਹੈ। ਚਿਲੀ ਦੁਨੀਆ ਦਾ ਸਭ ਤੋਂ ਵੱਡਾ ਤਾਂਬਾ ਉਤਪਾਦਕ ਹੈ। ਇਹ ਵੀ ਗੱਲ ਹੈ ਜੀ, ਵੱਡਾ ਵੀ ਆ, ਵੱਡਾ ਵੀ ਹੈ। ਨੰਬਰ 1 ਕਦੋਂ? ਇਹ 1999 ਦੇ ਹਿਸਾਬ ਨਾਲ ਗੱਲ ਹੋ ਰਹੀ ਆ। ਤਾਂਬੇ ਦੇ ਕੁੱਲ ਵਿਸ਼ਵ ਉਤਪਾਦਨ ਦਾ 35% ਚਿਲੀ ਦੁਆਰਾ ਕੀਤਾ ਜਾਂਦਾ ਹੈ ਅਤੇ ਪ੍ਰਮੁੱਖ ਭੰਡਾਰ ਪੋਰੀਫਾਇਰੀ ਤਾਂਬੇ ਦਾ ਹੈ। ਅੱਛਾ, ਇਹਦੇ ਉੱਤੇ ਪ੍ਰਸ਼ਨ ਨਾ ਰਿਪੀਟ ਹੋ ਰਿਹਾ। ਦੇਖੋ, ਸੀ ਤੋਂ ਤਾਂਬਾ, ਸੀ ਤੋਂ ਕਾਪਰ, ਇਹ ਸਿਮੈਟਰੀ ਤੁਸੀਂ ਯਾਦ ਰੱਖਣੀ ਆ। ਅੱਛਾ ਜੀ, ਆਹ ਦੇਖ ਲਓ ਜੀ, ਆਹ ਵਰਲਡ ਮੈਪ ਦਿੱਤਾ ਤੁਹਾਨੂੰ। ਇਹਦੇ ਵਿੱਚ ਏ, ਬੀ, ਸੀ ਤੇ ਡੀ 4 ਜਗ੍ਹਾਵਾਂ ਦੱਸੀਆਂ ਜੀ। ਇਹ ਇੰਪੋਰਟੈਂਟ ਸਿਟੀ ਆ ਜੀ, ਡਾਰਵਿਨ ਹੈ ਨਾ, ਕੁਆਲਾਲੰਪੁਰ ਵਗੈਰਾ। ਹੁਣ ਤੁਸੀਂ ਮੈਚ ਕਰਨਾ ਕਿ ਕਿਹੜੀ ਸਿਟੀ ਕਿੱਥੇ ਆ। ਹੁਣ ਦੇਖੋ, ਇਹ ਆ ਆਸਟ੍ਰੇਲੀਆ ਵਿੱਚ, ਲੱਭੋ ਜੀ ਇੱਥੇ ਡਾਰਵਿਨ, ਯੈਸ, ਕੁਆਲਾਲੰਪੁਰ, ਨੈਰੋਬੀ, ਸਿੰਗਾਪੁਰ, ਲੋਗੋਸ, ਇਹ ਇੱਥੇ ਡਾਰਵਿਨ ਹੋ ਗਿਆ। ਆਸਟ੍ਰੇਲੀਆ ਦੇ ਨਾਰਥ ਵੱਲ ਹੈਗਾ ਜੀ ਡਾਰਵਿਨ। ਏ ਦਾ ਕੀ ਆਂਸਰ ਹੋ ਗਿਆ? 1। ਇਹਦਾ ਆਂਸਰ ਹੋ ਗਿਆ 1। ਇਹਦਾ ਮਤਲਬ ਇਹਨਾਂ ਦੋਵਾਂ ਵਿੱਚ ਆਂਸਰ ਆ। ਬੀ ਦਾ ਦੇਖ ਲੈਂਦੇ ਜੀ। ਬੀ ਦਾ ਹੈ ਜੀ 2, ਕੁਆਲਾਲੰਪੁਰ, ਕੁਆਲਾਲੰਪੁਰ। ਠੀਕ ਆ ਜੀ। ਜਾਂ ਬੀ ਦਾ ਚੌਥਾ ਕੀ ਆ? ਬੀ ਦਾ ਚੌਥਾ ਹੈਗਾ ਨੈਰੋਬੀ। ਨਹੀਂ ਜੀ, ਨੈਰੋਬੀ ਤਾਂ ਤੁਹਾਡਾ ਹੈਗਾ ਅਫਰੀਕਾ ਵਿੱਚ, ਕੀਨੀਆ ਦੀ ਰਾਜਧਾਨੀ ਨੈਰੋਬੀ। ਆਹ ਤੁਹਾਡਾ ਬੀ ਕੀ ਆ? ਕੁਆਲਾਲੰਪੁਰ। ਠੀਕ ਹੈ ਨਾ, ਕੁਆਲਾਲੰਪੁਰ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ। ਬੀ ਦਾ ਦੂਜਾ ਹੋ ਗਿਆ। ਬਸ ਆਂਸਰ ਆ ਗਿਆ ਜੀ। ਆਂਸਰ ਹੈ ਜੀ ਏ। ਅੱਛਾ, ਬਾਕੀ ਆਪਣੀ ਨੌਲੇਜ ਵੀ ਤੁਸੀਂ ਦੇਖ ਲਓ ਜੀ। ਸੀ ਦਾ ਚੌਥਾ ਆ, ਚੌਥਾ ਕੀ ਆ? ਨੈਰੋਬੀ, ਕੀਨੀਆ ਦੀ ਰਾਜਧਾਨੀ ਨੈਰੋਬੀ। ਸੀ ਚੌਥਾ ਹੋ ਗਿਆ। ਡੀ ਦਾ ਤੀਜਾ ਹੋ ਗਿਆ, ਡੀ ਦਾ ਤੀਜਾ ਲਾਗੋਸ। ਠੀਕ ਹੈ ਨਾ, ਡੀ ਦਾ ਤੀਜਾ ਲਾਗੋਸ। ਇਹ ਕਿੱਥੇ ਆ ਜੀ? ਇਹ ਤੁਹਾਡਾ ਨਾਈਜੀਰੀਆ ਵਿੱਚ ਆ। ਯੈਸ, ਨਾਈਜੀਰੀਆ ਵਿੱਚ। ਠੀਕ, ਤਾਂ ਸਿੰਗਾਪੁਰ ਤੁਹਾਨੂੰ ਪਤਾ ਕਿ ਇੱਥੇ ਆ ਸਾਊਥ ਈਸਟ ਏਸ਼ੀਆ ਵਿੱਚ ਕਿਤੇ, ਇਸ ਕਰਕੇ ਇਹ ਨਹੀਂ ਹੋ ਸਕਦਾ।
डी ਦਾ ਆਨਸਰ ਇਹ ਆਨਸਰ ਆ ਜੀ, ਤੁਸੀਂ ਦੇਖ ਲੈਣਾ ਇਹਨੂੰ। ਠੀਕ ਹੈ, ਥੋੜਾ ਪੜ੍ਹ ਵੀ ਲਈਏ। ਏ ਕੀ ਆ, ਡਾਰਵਿਨ ਆਸਟ੍ਰੇਲੀਆ ਵਿੱਚ। ਬੀ ਕੀ ਆ, ਕੋਲਾਲੰਪੁਰ ਇਨ ਮਲੇਸ਼ੀਆ ਵਿੱਚ। ਸੀ ਕੀ ਆ, ਨੈਰੋਬੀ ਇਨ ਕੀਨੀਆ ਵਿੱਚ। ਤਾਂ ਡੀ ਕੀ ਆ, ਲਾਗੋਸ ਇਨ ਨਾਈਜੀਰੀਆ। ਠੀਕ। A person of mixed European and Indian blood in Latin America is called a Latin America। Latin America ਵਿੱਚ ਕੋਈ ਬੰਦਾ ਜੋ ਕਿ ਯੂਰੋਪੀਅਨ ਤੇ ਇੰਡੀਅਨ ਬਲੱਡ ਦਾ ਮਿਕਸ ਆ, ਉਹਨੂੰ ਕੀ ਕਿਹਾ ਜਾਂਦਾ ਜੀ? ਉਹਨੂੰ ਕਿਹਾ ਜਾਂਦਾ ਜੀ ਮੈਸਟੀਜੋ। ਮੈਸਟੀਜੋ ਬੀ ਆਂਸਰ। ਮੈਸਟੀਜੋ originally meant a person of combined European and American Indian descent regardless of where the person was born। ਯੂਰੋਪੀਅਨ ਤੇ ਅਮਰੀਕਨ ਇੰਡੀਅਨ ਦੀ ਮਿਕਸ ਬਰੀਡ ਨੂੰ ਕੀ ਕਹਿ ਦਿੰਦੇ ਆ ਜੀ? ਮੈਸਟੀਜੋ। ਅੱਗੇ ਦੇਖੋ ਜੀ, ਆ ਦੇਖੋ ਮੈਚ ਕਰਨੀ ਲਿਸਟ 1 ਵਿਦ ਲਿਸਟ 2। ਆ ਹੈ ਜੀ ਵੋਲਕੈਨਿਕ ਮਾਊਂਟੇਨ, ਆ ਹੈਗੇ ਜੀ ਕੰਟਰੀ। ਇਹ ਦੇਖਣਾ ਆਪਾਂ ਕਿਹੜੀ ਕਿਹੜੀ ਕੰਟਰੀ ਵਿੱਚ ਆ। ਮਾਊਂਟ ਰੇਨੀਅਰ, ਇਟਨਾ, ਪੈਰੀਕੁਟਿਨ ਜਾਂ ਤਾਲ। ਠੀਕ ਹੈ ਜੀ, ਟਫ ਆ ਥੋੜਾ। ਇਹ ਹੈ ਜੀ ਬੀ ਆਂਸਰ ਆ ਜੀ, ਬੀ ਆਂਸਰ ਆ, ਦੇਖ ਲਈਏ। ਏ ਦਾ ਹੈਗਾ ਚੌਥਾ, ਮਾਊਂਟ ਰੇਨੀਅਰ ਕਿੱਥੇ ਆ? USA। ਠੀਕ ਹੈ ਜੀ। ਬੀ ਦਾ ਪਹਿਲਾ, ਇਟਨਾ, ਮਾਊਂਟ ਇਟਨਾ, ਇਟਲੀ। ਇਟਨਾ ਇਟਲੀ ਵਿੱਚ। ਪੈਰੀਕੁਟਿਨ ਸੀ ਦਾ ਦੂਜਾ, ਮੈਕਸੀਕੋ। ਤਾਲ, ਤਾਲ ਕਿੱਥੇ ਹੈ ਜੀ? ਡੀ ਦਾ ਤੀਜਾ, ਫਿਲੀਪਾਈਨਸ। ਤੁਸੀਂ ਚਾਹੇ ਬਹੁਤਾ ਨਾ ਯਾਦ ਕਰੋ, ਦੋ ਯਾਦ ਕਰ ਲਿਓ ਜੀ। ਮਾਊਂਟ ਰੇਨੀਅਰ ਕਿੱਥੇ ਆ? USA। ਮਾਊਂਟ ਇਟਨਾ ਕਿੱਥੇ ਆ? ਇਟਲੀ। ਅੱਗੇ ਦੇਖੋ ਜੀ, ਠੀਕ ਹੈ ਨਾ। ਆ ਦੇਖੋ ਮਾਊਂਟ ਰੇਨੀਅਰ ਇਜ਼ ਏ ਵੋਲਕੈਨਿਕ ਮਾਊਂਟੇਨ ਕਿੱਥੇ ਆ? USA ਵਿੱਚ। ਮਾਊਂਟ ਇਟਨਾ ਯੂਰਪ ਵਿੱਚ ਆ। ਪੈਰੀਕੁਟਿਨ ਵੋਲਕੈਨਿਕ ਮਾਊਂਟੇਨ ਮੈਕਸੀਕੋ ਵਿੱਚ। ਤਾਲ ਵੋਲਕੈਨਿਕ ਮਾਊਂਟੇਨ ਫਿਲੀਪਾਈਨਸ। ਆ ਤੁਹਾਨੂੰ ਸੌਖਾ ਲੱਗਦਾ ਤਾਲ, ਤਾਂ ਤਾਲ ਵੀ ਯਾਦ ਕਰ ਲਿਓ। ਤਾਲ ਕਿੱਥੇ ਆ ਜੀ? ਫਿਲੀਪਾਈਨਸ ਵਿੱਚ। ਦੋ ਤਿੰਨ ਨਾ ਜ਼ਰੂਰ ਯਾਦ ਕਰ ਲਿਓ, ਜੇ ਸਾਰੇ ਨਹੀਂ ਕਰਨੇ ਤਾਂ ਦੋ ਕੁ ਤਾਂ ਯਾਦ ਕਰ ਲਿਓ ਤੁਸੀਂ, ਤਾਂ ਕਿ ਤੁਹਾਨੂੰ ਆਨਸਰ ਕੱਢਣ ਵਿੱਚ ਆਸਾਨੀ ਹੋਵੇ। ਕੰਸੀਡਰ ਦਾ ਫੋਲੋਇੰਗ ਪ੍ਰੋਵਿੰਸਸ ਆਫ ਫਾਰਮਰ ਯੂਗੋਸਲਾਵੀਆ। ਯੂਗੋਸਲਾਵੀਆ, ਠੀਕ ਹੈ ਨਾ। ਆ ਦੇਖੋ ਜੀ, ਪਹਿਲਾਂ ਤੇ ਆ ਯੂਗੋਸਲਾਵੀਆ ਹੁੰਦਾ ਸੀ ਜੀ। 1991 ਦੇ ਕਰੀਬ ਨਾ ਇਹ ਟੁੱਟ ਕੇ ਇਹਦੇ ਨਾ ਕਈ ਦੇਸ਼ ਬਣ ਗਏ। ਆ ਹੋ ਗਿਆ ਜੀ ਪੂਰਾ ਯੂਗੋਸਲਾਵੀਆ ਤੁਹਾਡਾ, ਜਦ ਕਿ ਆ ਹੁਣ ਤੁਹਾਨੂੰ ਇਹਦੇ ਵਿੱਚੋਂ ਸਰਬੀਆ, ਕੋਸੋਵੋ ਵਗੈਰਾ ਬਣ ਗਏ ਆ। ਆ ਯੂਗੋਸਲਾਵੀਆ ਆ, ਆ ਮੈਕਡੋਨੀਆ, ਆ ਮੌਂਟੀਨੀਗਰੋ, ਬੋਸਨੀਆ, ਕ੍ਰੋਏਸ਼ੀਆ ਤੇ ਸਲੋਵੇਨੀਆ। ਭਾਵ ਸਭ ਤੋਂ ਅਖੀਰ 'ਚ ਕਿਹੜਾ ਆ? ਸਲੋਵੇਨੀਆ। ਯੂਗੋਸਲਾਵੀਆ ਪਹਿਲੇ ਨੰਬਰ ਤੇ ਆ ਗਿਆ। ਇੱਥੇ ਹੁਣ ਸਰਬੀਆ, ਠੀਕ, ਸਰਬੀਆ, ਮੌਂਟੀਨੀਗਰੋ, ਬੋਸਨੀਆ, ਕ੍ਰੋਏਸ਼ੀਆ। ਹੁਣ ਤੁਹਾਨੂੰ ਪੁੱਛਿਆ ਗਿਆ ਆ ਕਿ ਇਹਨਾਂ ਨੂੰ ਈਸਟ ਤੋਂ ਵੈਸਟ ਵੱਲ ਦੱਸੋ ਜੀ, ਕਿਹੜੇ ਕਿਹੜੇ ਆ ਈਸਟ ਤੋਂ ਵੈਸਟ ਵੱਲ। ਵੈਸਟ ਵਿੱਚ ਤੁਹਾਨੂੰ ਪਤਾ ਸਭ ਤੋਂ ਵੈਸਟ ਵਿੱਚ ਕੀ ਆ? ਸਲੋਵਾਨੀਆ। ਅਖੀਰ 'ਚ ਲਾ ਦੋ ਸਲੋਵਾਨੀਆ, ਇਹਦਾ ਮਤਲਬ ਏ ਤੇ ਸੀ ਕੱਟੇ ਗਏ। ਤਾਂ ਈਸਟ ਵਿੱਚ ਕੀ ਸੀ? ਯੂਗੋਸਲਾਵੀਆ। ਇਹਦਾ ਮਤਲਬ ਪਹਿਲੇ ਨੰਬਰ ਤੇ ਲਾਓ ਚੌਥਾ, ਆ ਜੀ ਚੌਥਾ, ਬੀ ਆਂਸਰ ਆ ਜੀ। ਠੀਕ ਹੈ, ਯੂਗੋਸਲਾਵੀਆ ਈਸਟ ਵਿੱਚ ਆ, ਫਿਰ ਆਉਂਦਾ ਬੋਸਨੀਆ, ਫਿਰ ਆਉਂਦਾ ਕ੍ਰੋਏਸ਼ੀਆ, ਫਿਰ ਆਉਂਦਾ ਸਲੋਵੇਨੀਆ। ਆ ਮਾੜਾ ਜਿਹਾ ਨਾ ਤੁਸੀਂ ਆ ਦੇਖ ਲਿਓ ਜ਼ਰੂਰ। ਠੀਕ, ਰੋਮਾਨੀਆ ਦੇ ਉੱਤੇ ਆ। ਠੀਕ, ਇਸ ਤਰ੍ਹਾਂ ਸਲੋਵੇਨੀਆ ਇੱਥੇ ਆ, ਯੂਗੋਸਲਾਵੀਆ ਨੂੰ ਕੱਟ ਕੇ ਬਣਿਆ ਸੀ ਜੀ। ਓਕੇ, ਅੱਗੇ ਦੇਖਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਲੇਕਸ ਫਾਰਮਸ ਐਨ ਇੰਟਰਨੈਸ਼ਨਲ ਬਾਉਂਡਰੀ ਬਿਟਵੀਨ ਤੰਜਾਨੀਆ ਐਂਡ ਯੁਗਾਂਡਾ। ਤੰਜਾਨੀਆ ਤੇ ਯੁਗਾਂਡਾ ਦੋ ਅਫਰੀਕਨ ਦੇਸ਼ ਆ, ਉਹਨਾਂ ਦੇ ਵਿੱਚ ਕਿਹੜੀ ਲੇਕ ਆ ਜਿਹੜੀ ਇੰਟਰਨੈਸ਼ਨਲ ਬਾਉਂਡਰੀ ਦੇ ਰੂਪ ਵਿੱਚ, ਸੀਮਾ ਦੇ ਰੂਪ ਵਿੱਚ ਕੰਮ ਕਰਦੀ ਆ? ਨਕਸ਼ਾ ਦੇਖ ਲਓ ਜੀ। ਆ ਦੇਖੋ, ਆ ਹੈਗਾ ਤੁਹਾਡਾ ਯੁਗਾਂਡਾ, ਥੱਲੇ ਹੈ ਜੀ ਤੰਜਾਨੀਆ। ਠੀਕ, ਯੁਗਾਂਡਾ ਉੱਪਰ, ਥੱਲੇ ਤੰਜਾਨੀਆ। ਇਹਦੇ ਵਿੱਚ ਹੈ ਜੀ ਲੇਕ ਵਿਕਟੋਰੀਆ। ਲੇਕ ਵਿਕਟੋਰੀਆ ਇੰਪੋਰਟੈਂਟ ਲੇਕ ਆ ਜੀ। ਵਿਕਟੋਰੀਆ ਝੀਲ ਤੰਜਾਨੀਆ ਅਤੇ ਯੁਗਾਂਡਾ ਵਿਚਕਾਰ ਅੰਤਰਰਾਸ਼ਟਰੀ ਸੀਮਾ ਵਜੋਂ ਕੰਮ ਕਰਦੀ ਹੈ। ਇਹ ਅਫਰੀਕਾ ਦੀ ਸਭ ਤੋਂ ਵੱਡੀ ਝੀਲ ਹੈ। ਅਫਰੀਕਾ ਦੀ ਸਭ ਤੋਂ ਵੱਡੀ ਝੀਲ ਕਿਹੜੀ ਆ? ਲੇਕ ਵਿਕਟੋਰੀਆ। ਇਹ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਬਾਉਂਡਰੀ ਆ? ਉੱਪਰ ਯੁਗਾਂਡਾ, ਥੱਲੇ ਤੰਜਾਨੀਆ। ਠੀਕ, ਸਾਈਡ ਤੇ ਕੀਨੀਆ ਆ। ਅੱਛਾ, A class of animals known as marsupials is a characteristic feature of, ਦੱਸੋ ਜੀ ਇਹ ਕਿਹੜੇ ਏਰੀਏ ਵਿੱਚ, ਕਿਹੜੇ ਦੇਸ਼ ਵਿੱਚ ਪਾਏ ਜਾਂਦੇ ਮਾਰਸੂਪੀਅਲਸ? ਪਹਿਲਾਂ ਤੁਹਾਨੂੰ ਮਾਰਸੂਪੀਅਲਸ ਦਾ ਮਤਲਬ ਪਤਾ ਹੋਣਾ ਚਾਹੀਦਾ। ਇਹ ਅਜਿਹੇ ਐਨੀਮਲਸ ਹੁੰਦੇ ਆ, ਮੈਮਲਸ ਹੁੰਦੇ ਬੇਸਿਕਲੀ, ਇਹ ਦੁਧਾਰੂ, ਜਿਨ੍ਹਾਂ ਦੀ ਨਾ ਬੋਡੀ ਦੇ ਵਿੱਚ ਇੱਕ ਪਾਊਚ ਜਿਹਾ ਬਣਿਆ ਹੁੰਦਾ, ਜੇਬ ਜਿਹੀ ਬਣੀ ਹੁੰਦੀ ਆ। ਇਹਨਾਂ ਦਾ ਜਦੋਂ ਬੱਚਾ ਪੈਦਾ ਹੁੰਦਾ ਤਾਂ ਬੱਚਾ ਓਨਾ ਮੈਚਿਓਰ ਨਹੀਂ ਹੁੰਦਾ, ਇਸ ਕਰਕੇ ਆਪਣੇ ਬੱਚੇ ਨੂੰ ਆਪਣੇ ਪਾਊਚ ਵਿੱਚ ਰੱਖਦੇ ਆ। ਢਿੱਡ ਦੇ ਨਾਲ ਹੀ ਇੱਕ ਜੇਬ ਜਿਹੀ ਬਣੀ ਹੁੰਦੀ ਆ ਕੁਦਰਤੀ ਚਮੜੀ ਦੀ। ਇਹ ਜਿਸ ਤਰ੍ਹਾਂ ਕੰਗਾਰੂ ਹੋ ਗਏ ਜੀ, ਕੋਇਲਾ ਹੋ ਗਿਆ,
कोयला ਇਹ ਕੰਗਾਰੂ ਚਲੋ ਤੁਸੀਂ ਯਾਦ ਰੱਖੋ ਜ਼ਿਆਦਾ ਮੇਨ, ਤੇ ਕੰਗਾਰੂ ਤੁਹਾਨੂੰ ਪਤਾ ਕਿੱਥੇ ਪਾਏ ਜਾਂਦੇ ਆ, ਆਸਟ੍ਰੇਲੀਆ 'ਚ। ਆਂਸਰ ਬੀ ਹੈ ਜੀ। ਮਾਰਸੂਪੀਅਲ ਥਣਧਾਰੀ ਜੀਵਾਂ ਦਾ ਇੱਕ ਸਮੂਹ ਹੈ, ਬੇਸਿਕਲੀ ਮੈਮਲਸ ਹੁੰਦੇ ਆ, ਜਿਸ ਵਿੱਚ ਆਮ ਤੌਰ 'ਤੇ ਚਮੜੀ ਦੀ ਥੈਲੀ ਜਾਂ ਜੇਬ ਹੁੰਦੀ ਹੈ, ਜਿੱਥੇ ਮਾਂ ਆਪਣੇ ਬੱਚਿਆਂ ਨੂੰ ਪਾਲਦੀ ਹੈ, ਆਪਣੇ ਬੱਚਿਆਂ ਨੂੰ ਉੱਥੇ ਰੱਖਦੀ ਹੈ। ਇਹ ਮਾਰਸੂਪੀਅਲ ਆਸਟ੍ਰੇਲੀਆ ਵਿੱਚ ਪਾਏ ਜਾਂਦੇ ਹਨ, ਹੋਰ ਏਰੀਆ ਵਿੱਚ ਵੀ ਪਾਏ ਜਾਂਦੇ ਆ, ਪਰ ਮੇਨਲੀ ਆਸਟ੍ਰੇਲੀਆ ਵਿੱਚ। ਗਿਵਨ ਆਪਸ਼ਨ ਵਿੱਚੋਂ ਆਸਟ੍ਰੇਲੀਆ ਵਿੱਚ ਹੈ ਜੀ। ਮਾਰਸੂਪੀਅਨਸ ਦੀ ਆਮ ਉਦਾਹਰਣ ਕੀ ਆ, ਕੰਗਾਰੂ ਤੇ ਕੋਇਲਾ। ਇਹ ਤੁਸੀਂ ਫੋਟੋਆਂ ਦੇਖ ਲੈਣੀਆਂ ਨੈੱਟ 'ਤੇ, ਕੰਗਾਰੂ ਤੁਹਾਨੂੰ ਪਤਾ ਹੋਣਾ, ਕੋਇਲਾ ਦੀ ਫੋਟੋ ਵੀ ਦੇਖ ਲਿਓ ਜੀ, ਟੈਡੀ ਜਿਹਾ ਹੁੰਦਾ ਛੋਟਾ ਜਿਹਾ। ਆਹ ਦੇਖੋ ਜੀ, ਆਹ ਇੱਕ ਨਕਸ਼ਾ ਦਿੱਤਾ ਤੁਹਾਨੂੰ, ਇੱਧਰ ਨੂੰ ਕੀ ਆ, ਨਾਰਥ। ਇਹ ਪੁੱਛਿਆ ਗਿਆ ਦਾ ਅਬਵ ਮੈਪ ਇਜ਼ ਦਾ ਯੂਨੀਅਨ ਟੈਰੀਟਰੀ ਆਫ, ਇਹ ਕਿਹੜੀ ਯੂਟੀ ਦਾ ਮੈਪ ਆ ਜੀ ਇੰਡੀਆ ਦੀ? ਚੰਡੀਗੜ੍ਹ, ਦਮਨ ਐਂਡ ਦੀਊ, ਦਾਦਰਾ ਨਗਰ ਹਵੇਲੀ ਜਾਂ ਪੌਂਡੀਚੇਰੀ? ਇਹ ਹੈ ਜੀ ਦਮਨ ਐਂਡ ਦੀਊ ਦਾ ਮੈਪ। ਅੱਗੇ ਦੇਖੋ, ਮੈਚ ਲਿਸਟ 1 with 2, ਦੱਸੋ ਜੀ ਇੱਕ ਲਿਸਟ ਦੂਸਰੀ ਲਿਸਟ। ਇਹ ਹੈ ਜੀ ਲੋਕਲ ਵਾਈਨਸ ਦਾ ਨਾਂ, ਲੋਕਲ ਹਵਾਵਾਂ। ਆਹ ਹੈ ਜੀ ਕਿਹੜੇ ਏਰੀਏ ਵਿੱਚ ਵਗਦੀਆਂ, ਠੀਕ। ਤੇ ਦੇਖ ਲੈਂਦੇ ਜੀ ਆਂਸਰ ਬੀ ਆਂਸਰ ਹੈ ਜੀ। ਇਹ ਤੁਸੀਂ ਯਾਦ ਕਰ ਲੈਣੀਆਂ ਹਵਾਵਾਂ, ਘੱਟੋ ਘੱਟ 2 ਕੁ ਯਾਦ ਕਰ ਲਿਓ। ਇਹਦਾ ਹੈਗਾ ਚੌਥਾ ਫੌਨ। ਫੌਨ ਹਵਾ ਲੋਕਲ ਏਰੀਆ ਹੈ ਜੀ ਐਲਪਸ। ਐਲਪਸ ਕਿੱਥੇ ਆ? ਐਲਪਸ ਯੂਰਪ ਵਿੱਚ ਹੈ ਨਾ ਐਲਪਸ, ਇਹ ਤੁਸੀਂ ਦੇਖ ਲੈਣਾ। ਫੌਨ ਐਲਪਸ। ਬੀ ਕੁਰਦਿਸਤਾਨ, ਸਰਮਨ। ਸੈਂਟਾ ਆਨਾ, ਸੈਂਟਾ ਆਨਾ ਸੀ ਦਾ ਤੀਜਾ ਕੈਲੀਫੋਰਨੀਆ। ਜੌਂਡਾ ਡੀ ਦਾ ਪਹਿਲਾ ਅਰਜਨਟੀਨਾ। ਤੁਸੀਂ ਨਾ ਇੱਥੇ ਆਹ ਫੌਨ ਜ਼ਰੂਰ ਯਾਦ ਕਰ ਲਿਓ ਇੱਕ, ਠੀਕ। ਤਾਂ ਇੱਕ ਯਾਦ ਕਰ ਲਿਓ ਸੈਂਟਾ ਐਨਾ ਕੈਲੀਫੋਰਨੀਆ, ਬਾਕੀ ਵੀ ਪੜ੍ਹ ਲਿਓ ਪਰ 2 ਤਾਂ ਜ਼ਰੂਰ ਯਾਦ ਕਰਿਓ। ਫੌਨ ਐਲਪਸ, ਫੌਨ ਕਿੱਥੇ ਆ? ਐਲਪਸ ਖੇਤਰ ਦੀ ਗਰਮ ਅਤੇ ਖੁਸ਼ਕ ਹਵਾ ਹੈ। ਸਰਮੂਨ ਕੁਰਦਿਸਤਾਨ ਖੇਤਰ ਦੀ ਸਥਾਨਕ ਹਵਾ ਹੈ। ਸ਼ਾਂਤਾ ਆਨਾ ਕੈਲੀਫੋਰਨੀਆ ਦੀ ਲੋਕਲ ਵਾਈਨ ਹੈ, ਤੇ ਜੌਂਡਾ ਅਰਜਨਟੀਨਾ ਦੀ। ਆਹ ਵੀ ਇੰਟਰਸਟਿੰਗ ਨਾਮ ਆ ਜੌਂਡਾ, ਇਹ ਕਿੱਥੇ ਹੈ? ਅਰਜਨਟੀਨਾ। ਇਹ ਤੁਸੀਂ ਲਿਖ ਕੇ ਰੱਖ ਲਿਓ ਸਾਰੀ ਕਾਪੀ ਤੇ, ਨੋਟਸ ਤੇ। ਆਹ ਦੇਖੋ ਜੀ ਇੱਕ ਨਕਸ਼ਾ ਦੇਤਾ ਤੁਹਾਨੂੰ, ਠੀਕ ਹੈ। ਹੁਣ ਪੁੱਛਿਆ ਗਿਆ ਇਹਦੇ ਵਿੱਚ 1 2 3 ਤੇ 4 ਇਹ ਕਿਹੜੇ ਕਿਹੜੇ ਸ਼ਹਿਰਾਂ ਦੇ ਨਾਂ ਆ। ਇਹ ਹੈ ਤੁਹਾਨੂੰ ਜੀ ਸੈਂਟਰਲ ਏਸ਼ੀਆ ਰੀਜਨ ਦਿੱਤਾ ਆ। ਹੁਣ ਆਪਾਂ ਸੈਂਟਰਲ ਏਸ਼ੀਅਨ ਰੀਜਨ ਪਹਿਲਾਂ ਵੀ ਦੇਖਿਆ ਸੀ, ਆਹ ਦੇਖਿਆ ਸੀ ਨਾ ਅਸੀਂ, ਆਹ ਦੇਖਿਆ ਸੀ ਵੀ ਕਿ ਕਜ਼ਾਕਿਸਤਾਨ ਆ, ਉਜ਼ਬੇਕਿਸਤਾਨ ਆ, ਤੁਰਕਮੇਨਿਸਤਾਨ ਆ, ਇਸ ਤਰ੍ਹਾਂ। ਅੱਛਾ ਹੁਣ ਦੇਖੋ 2 ਸਾਲਾਂ ਬਾਅਦ, 2-3 ਸਾਲਾਂ ਬਾਅਦ UPSC ਨੇ ਉਹਦੀਆਂ ਰਾਜਧਾਨੀਆਂ ਪੁੱਛ ਲਈਆਂ ਜੀ। ਪਹਿਲਾਂ ਦੇਸ਼ ਪੁੱਛੇ ਸੀ, ਆਹ ਦੇਖੋ ਜੀ ਕੈਸਪੀਅਨ ਸੀ, ਪਹਿਲਾਂ ਦੇਸ਼ ਪੁੱਛੇ ਸੀ, ਫਿਰ ਰਾਜਧਾਨੀਆਂ ਪੁੱਛ ਲਈਆਂ। ਕਜ਼ਾਕਿਸਤਾਨ, ਠੀਕ, ਆਹ ਕਜ਼ਾਕਿਸਤਾਨ। ਆਹ ਹੈ ਜੀ ਉਜ਼ਬੇਕਿਸਤਾਨ। ਉਜ਼ਬੇਕਿਸਤਾਨ ਦੀ ਰਾਜਧਾਨੀ ਹੈ ਤਾਸ਼ਕੰਦ, ਠੀਕ। ਆਹ ਹੈ ਤਾਸ਼ਕੰਦ, ਕੁੰਡੀ ਦੇ ਵਿੱਚ। ਨਮਨ ਗਾਂਵ ਇੱਥੇ ਆ, ਜ਼ਰੂਰੀ ਨਹੀਂ ਰਾਜਧਾਨੀ ਆ, ਵੱਡੇ ਵੱਡੇ ਸ਼ਹਿਰ ਪੁੱਛ ਲਏ। ਕਿਰਗਿਸਤਾਨ ਦੀ ਹੈ ਜੀ ਮੇਨ ਸ਼ਹਿਰ ਰਾਜਧਾਨੀ ਬਿਸ਼ੇਕ, ਬਿਸ਼ੇਕ। ਆਹ ਦੇਖੋ ਇੱਥੇ ਕਿਰਗਿਸਤਾਨ ਦੀ ਬਿਸ਼ੇਕ, ਦੇਖ ਲਓ ਜੀ ਕਿੱਥੇ ਹੈ ਜੀ ਬਿਸ਼ੇਕ। ਇਹਦਾ ਮਤਲਬ ਤੀਜਾ ਕੀ ਹੋ ਗਿਆ? ਬਿਸ਼ੇਕ। ਆਹ ਕੁੰਡੀ ਜੀ ਕੀ ਆ? ਬਿਸ਼ੇਕ। ਤੀਜੇ ਦਾ ਕੀ ਆ ਗਿਆ? ਬਿਸ਼ੇਕ। ਕਿੱਥੇ ਹੈ ਜੀ? ਬਿਸ਼ੇਕ, ਏ। ਤੀਜੇ ਦਾ ਏ ਹੈ ਜੀ, ਏ ਦਾ ਮਤਲਬ ਤੀਜਾ। ਇਹਦਾ ਮਤਲਬ ਏ ਤੇ ਬੀ ਵਿੱਚ ਆਂਸਰ ਆ ਚੱਕ ਦੋ ਜੀ, ਸੀ ਤੇ ਡੀ ਚੱਕੇ ਗਏ। ਤੇ ਆਹ ਤੁਹਾਡਾ ਕੀ ਸੀਗਾ? ਤਾਸ਼ਕੰਦ। ਸੀ ਕੀ ਆ? ਦੂਜਾ, ਹਨਾ, ਇੱਥੇ ਤਾਸ਼ਕੰਦ ਸੀ, ਸੀ ਦੂਜਾ, ਆਇਆ ਜੀ ਸੀ ਦੂਜਾ। ਆਂਸਰ ਆ ਗਿਆ ਜੀ ਏ, ਠੀਕ ਹੈ ਜੀ। ਬੀ ਦਾ ਹੈਗਾ ਪਹਿਲਾ, ਆਇਆ ਜੀ ਪਹਿਲਾ। ਬੀ ਕੀ ਆ? ਬੀ ਕੀ ਆ? ਅਸ਼ਕਾਬਾਦ, ਅਸ਼ਕਾਬਾਦ। ਇੱਥੇ ਹੋ ਗਿਆ ਜੀ ਅਸ਼ਕਾਬਾਦ, ਆਹ ਸੀ ਪਹਿਲਾ। ਇਹਨੂੰ ਇਹਨਾਂ ਨੇ ਆਸ਼ਿਕਾਬਾਦ ਵੀ ਲਿਖਿਆ, ਅਸ਼ਕਾਬਾਦ ਨੂੰ, ਠੀਕ ਹੈ ਜੀ। ਤੇ ਦੁਸ਼ਾਂਦੇ ਚੌਥਾ, ਇੱਥੇ ਕੀ ਆ? ਦੁਸ਼ਾਂਦੇ। ਆਹ ਦੇਖੋ ਤਾਜਿਕਿਸਤਾਨ ਦੀ ਰਾਜਧਾਨੀ ਕੀ ਹੈ? ਦੁਸ਼ਾਂਦੇ, ਠੀਕ। ਇਸ ਤਰ੍ਹਾਂ ਤੁਸੀਂ ਇਸ ਨੂੰ ਦੇਖ ਲੈਣਾ, ਠੀਕ। ਆਹ ਦੇਖੋ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਆ, ਤਾਜਿਕਿਸਤਾਨ ਦੀ ਦੁਸ਼ਾਂਦੇ, ਕਿਰਗਿਸਤਾਨ ਦੀ ਬਿਸ਼ੇਕ, ਉਜ਼ਬੇਕਿਸਤਾਨ ਦੀ ਕੀ ਆ? ਅਤਾਰਾ ਜੇ ਬਥੇ ਜਿਹੜੇ ਤਾਸ਼ਕੰਦ, ਠੀਕ ਹੈ ਜੀ। ਤੇ ਕਜ਼ਾਕਿਸਤਾਨ ਦੀ ਕਿਹੜੀ ਹੈ? ਨੂਰ ਸੁਲਤਾਨ, ਠੀਕ ਹੈ ਨਾ। ਹੁਣ ਆਪਣਾ ਕੀ ਹੈ? ਸੈਂਟਰਲ ਏਸ਼ੀਆ ਤੇ ਦੇਸ਼ ਕਿੱਥੇ ਕਿੱਥੇ ਆ, ਇਹ ਇੰਪੋਰਟੈਂਟ ਹੋ ਗਿਆ। ਦੇਖੋ ਵਰਲਡ ਹਿਸਟਰੀ, ਵਰਲਡ ਮੈਪ ਵਿੱਚ ਤੁਸੀਂ ਸਾਰੀ ਕੰਟਰੀਆਂ ਨਹੀਂ ਯਾਦ ਰੱਖਣੀਆਂ,
हाँ इत्थों प्रश्न आ रहा जी सेंट्रल एशिया तो, इनू थोड़ा देख लो जी। ठीक, करंट अफेयर्स ਜਿਹੜਾ ਏਰੀਆ ਇੰਪੋਰਟੈਂਟ ਆ ਉਹਨੂੰ ਥੋੜਾ ਦੇਖ ਲਓ। ਠੀਕ, ਇਹ ਗੱਲਾਂ ਜ਼ਰੂਰ ਰੱਖਣੀਆਂ ਤੁਸੀਂ, ਫਿਰ ਇਹਨਾਂ ਦੀ ਰਾਜਧਾਨੀਆਂ ਦੇਖ ਲਿਓ। ਅਗਲਾ ਪ੍ਰਸ਼ਨ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ এনवायरमेंट ਇਸ਼ੂਜ਼ ਇਨ ਇੰਡੀਆ। ਇੰਡੀਆ 'ਚ এনवायरमेंट ਇਸ਼ੂ ਕਿਹੜੇ ਆ? ਗਲਫ ਆਫ ਮੰਨਾਰ ਇਜ਼ ਵਨ ਆਫ ਦਾ ਬਾਇਓਸਫੀਅਰ ਰਿਜ਼ਰਵ। ਬਾਇਓਸਫੀਅਰ ਰਿਜ਼ਰਵ ਆ ਜਿਹੜੇ ਉਹਨਾਂ ਵਿੱਚੋਂ ਇੱਕ ਗਲਫ ਆਫ ਮੰਨਾਰ ਵੀ ਹੈ। ਆਨਸਰ ਸਹੀ ਹੈ, ਪਰ ਫਿਰ ਵੀ ਤੁਸੀਂ ਸ਼ੱਕ ਵਿੱਚ ਰੱਖ ਲਓ। ਗੰਗਾ ਐਕਸ਼ਨ ਪਲਾਨ ਫੇਜ਼ 2 ਹੈਜ਼ ਬੀਨ ਮਰਜਡ ਵਿਦ ਦਾ ਨੈਸ਼ਨਲ ਰਿਵਰ ਕੰਜ਼ਰਵੇਸ਼ਨ ਪਲਾਨ। ਗੰਗਾ ਐਕਸ਼ਨ ਪਲਾਨ ਦਾ ਜਿਹੜਾ ਦੂਸਰਾ ਫੇਜ਼ ਆ ਉਹਨੂੰ ਨੈਸ਼ਨਲ ਰਿਵਰ ਕੰਜ਼ਰਵੇਸ਼ਨ ਪਲਾਨ ਵਿੱਚ ਮਰਜ ਕਰ ਦਿੱਤਾ ਗਿਆ। ਇਹ ਗੱਲ ਸਹੀ ਸੀ। ਨੈਸ਼ਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਐਟ ਨਿਊ ਦਿੱਲੀ imparts non-formal education in environment and conservation। environment ਤੇ conservation ਵਿੱਚ ਉਹ non formal education provide ਕਰਦੀ ਆ। non formal ਦਾ ਮਤਲਬ ਹੁੰਦਾ ਕਿ ਇਹ ਨਹੀਂ ਕਿ ਕਲਾਸਾਂ ਵਿੱਚ ਲਾ ਕੇ ਜਿੱਦਾਂ ਬੱਚੇ ਬਿਠਾ ਕੇ ਬੋਰਡ ਲਾ ਕੇ ਕਲਾਸਾਂ ਲਾਈ ਜਾਣੀਆਂ। non formal ਹੁੰਦਾ ਕਿ ਕਲਾਸਾਂ ਵੀ ਚਲੋ ਲਾਣੀਆਂ ਥੋੜ੍ਹੀਆਂ ਬਹੁਤ, ਬੇਸਿਕਲੀ ਫੀਲਡ ਵਿਜ਼ਿਟ ਕਰਾਉਣਾ, ਪ੍ਰੈਕਟੀਕਲ ਐਸਪੈਕਟ ਜ਼ਿਆਦਾ ਹੈ ਨਾ। ਇਹ ਗੱਲ ਵੀ ਸਹੀ ਆ। ਇਹ ਜਨਰਲ ਦੀਆਂ ਗੱਲਾਂ ਜੀ, ਜਨਰਲ ਦੀਆਂ ਗੱਲਾਂ ਆਲਮੋਸਟ ਸਹੀ ਹੁੰਦੀਆਂ। ਸਾਇੰਸ ਟੈਕ ਵਿੱਚ ਜਨਰਲ ਦੀਆਂ ਗੱਲਾਂ ਸਹੀ ਹੁੰਦੀਆਂ ਜੀ ਸਾਰੀਆਂ ਜਨਰਲੀ। ਐਨਵਾਇਰਮੈਂਟਲ ਇਨਫੋਰਮੇਸ਼ਨ ਸਿਸਟਮ ਐਨਵਿਸ, ਇਹ ਕੀ ਹੈ ਜੀ? ਐਕਟ ਐਜ਼ ਏ ਡੀਸੈਂਟਰਲਾਈਜ਼ਡ ਇਨਫੋਰਮੇਸ਼ਨ ਨੈਟਵਰਕ ਫॉर एनवायरमेंट ਇਨਫੋਰਮੇਸ਼ਨ। ਠੀਕ ਹੈ ਜੀ, ਇਹਦੇ ਇੱਥੋਂ ਸਾਨੂੰ এনवायरमेंट ਬਾਰੇ ਇਨਫੋਰਮੇਸ਼ਨ ਮਿਲਦੀ ਹੈ। ਇਹ ਵੀ ਗੱਲ ਸਹੀ ਹੈ ਜੀ। ਦੂਸਰਾ ਤੀਸਰਾ ਚੌਥਾ ਸਹੀ ਹੈ ਜੀ। ਦੂਸਰਾ ਤੀਸਰਾ ਚੌਥਾ ਕਿਹਦੇ ਵਿੱਚ ਆ? ਬੀ ਵਿੱਚ। ਇਹਦਾ ਮਤਲਬ ਪਹਿਲਾ ਵੀ ਸਹੀ ਹੈ। ਸਾਰੀਆਂ ਸਾਰੀਆਂ ਸਟੇਟਮੈਂਟਾਂ ਸਹੀ ਹੈ ਜੀ। ਕੰਸੀਡਰ ਦਾ ਫੋਲੋਇੰਗ ਕੰਟਰੀਜ਼, ਕੁਝ ਦੇਸ਼ ਦੱਸੇ ਗਏ ਆ। ਇਹਨਾਂ ਨੂੰ ਡਿਸੈਂਡਿੰਗ ਆਰਡਰ ਆਫ ਸਾਈਜ਼ ਆਫ ਦਾ ਫੋਲੋਇੰਗ ਕੰਟਰੀਜ਼ ਪਾਪੂਲੇਸ਼ਨ ਵਾਈਜ਼। ਸਭ ਤੋਂ ਜ਼ਿਆਦਾ ਪਾਪੂਲੇਸ਼ਨ ਕਿਹਦੀ ਆ, ਫਿਰ ਕਿਹਦੀ ਆ, ਫਿਰ ਕਿਹਦੀ ਆ, ਫਿਰ ਕਿਹਦੀ ਆ। ਠੀਕ, ਬ੍ਰਾਜ਼ੀਲ, ਇੰਡੋਨੇਸ਼ੀਆ, ਜਾਪਾਨ, ਰਸ਼ੀਆ। ਹੁਣ ਤੁਸੀਂ ਥੋੜ੍ਹਾ ਪੜ੍ਹਿਆ ਹੋਏਗਾ ਨਾ ਉਸ ਟਾਈਮ ਦੇ ਸੈਂਸਸ ਨੂੰ, ਜੋ ਰੀਸੈਂਟ ਸੈਂਸਸ ਵਗੈਰਾ ਹੋਏਗਾ ਅਖਬਾਰਾਂ ਵਿੱਚ, ਤੁਸੀਂ ਦੇਖੋਗੇ ਵੀ ਇੰਡੋਨੇਸ਼ੀਆ ਭਾਵੇਂ ਦੇਖਣ ਨੂੰ ਛੋਟਾ ਲੱਗਦਾ ਪਰ ਇਹਦੀ ਪਾਪੂਲੇਸ਼ਨ ਕਾਫੀ ਆ। ਇੱਥੇ ਦੇਖੋ, ਹਾਂ ਇੰਡੋਨੇਸ਼ੀਆ ਦੀ ਕਾਫੀ ਪਾਪੂਲੇਸ਼ਨ ਆ ਜੀ। ਇਹਦਾ ਮਤਲਬ ਦੂਜਾ ਪਹਿਲਾ ਹੋ ਗਿਆ ਜੀ। ਫਿਰ ਆ ਜਾਂਦਾ ਜੀ ਤੁਹਾਡਾ ਜਾਪਾਨ ਹੋ ਸਕਦਾ, ਬ੍ਰਾਜ਼ੀਲ ਹੋ ਸਕਦਾ। ਹਾਂ ਇਹਨਾਂ ਤਾਂ ਹੈ ਜੀ। ਰਸ਼ੀਆ ਦੀ ਘੱਟ ਹੋਣੀ ਹੈ ਜੀ। ਆਪਾਂ ਇਹਨੂੰ ਦੇਖਦੇ ਹਾਂ, ਆਨਸਰ ਦੇਖਦੇ ਹਾਂ। ਪਹਿਲਾਂ ਪਾਪੂਲੇਸ਼ਨ ਜੀ ਦੇਖ ਲਈਏ। ਆਹ ਦੇਖੋ 2000 ਦੀ ਗੱਲ ਹੋ ਰਹੀ ਆ। ਚਾਈਨਾ ਦੀ ਪਾਪੂਲੇਸ਼ਨ ਜ਼ਿਆਦਾ, ਫਿਰ ਇੰਡੀਆ ਦੀ, ਫਿਰ ਆਉਂਦਾ ਯੂਨਾਈਟਡ ਸਟੇਟਸ। ਠੀਕ, ਤੇ ਫਿਰ ਇੰਡੋਨੇਸ਼ੀਆ ਆ ਰਿਹਾ ਜੀ। ਫਿਰ ਇੰਡੋਨੇਸ਼ੀਆ ਆ ਰਿਹਾ, ਇੰਡੋਨੇਸ਼ੀਆ ਤੋਂ ਬਾਅਦ ਬ੍ਰਾਜ਼ੀਲ ਆ ਰਿਹਾ, ਇੰਡੋਨੇਸ਼ੀਆ ਤੋਂ ਬਾਅਦ ਬ੍ਰਾਜ਼ੀਲ। ਠੀਕ, ਰਸ਼ੀਆ ਥੱਲੇ ਆ, ਇੰਡੋਨੇਸ਼ੀਆ ਤੋਂ ਬਾਅਦ ਬ੍ਰਾਜ਼ੀਲ। ਦੇਖ ਲਓ ਜੀ, ਇੰਡੋਨੇਸ਼ੀਆ ਤੋਂ ਬਾਅਦ ਬ੍ਰਾਜ਼ੀਲ, ਦੂਜੇ ਤੋਂ ਬਾਅਦ ਪਹਿਲਾ, ਦੂਜੇ ਤੋਂ ਬਾਅਦ ਪਹਿਲਾ ਕਿੱਥੇ ਆ? ਇੱਥੇ। ਫਿਰ ਰਸ਼ੀਆ ਤੇ ਫਿਰ ਜਾਪਾਨ। ਭਾਵ ਰਸ਼ੀਆ ਦੀ ਪਾਪੂਲੇਸ਼ਨ ਜਾਪਾਨ ਤੋਂ ਜ਼ਿਆਦਾ ਆ। ਦੇਖ ਲਓ ਜੀ, ਇਹੀ ਗੱਲ ਆ। ਆਹ ਦੇਖੋ ਰਸ਼ੀਆ, ਹਾਂ ਰਸ਼ੀਆ ਦੀ ਪਾਪੂਲੇਸ਼ਨ ਜਾਪਾਨ ਤੋਂ ਜ਼ਿਆਦਾ ਆ। ਠੀਕ, ਇਹ ਤੁਸੀਂ ਇਹ ਡਾਟਾ ਦਿੱਤਾ ਜੀ 2000 ਦਾ। ਠੀਕ, ਜੋ ਰੀਸੈਂਟ ਸੈਂਸਸ ਹੋਏਗਾ ਉਸ ਹਿਸਾਬ ਨਾਲ ਤੁਸੀਂ ਚੱਲਣਾ ਆ, ਪਰ ਜਨਰਲ ਟ੍ਰੈਂਡ ਆ ਸੇਮ ਜਿਹਾ ਰਹਿੰਦਾ ਜੀ। ਭਾਵ ਚਾਈਨਾ, ਇੰਡੀਆ, US ਤੇ ਇੰਡੋਨੇਸ਼ੀਆ, ਇਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਆ। ਬਾਕੀ ਤੁਸੀਂ ਤਾਂ ਪੜ੍ਹਦੇ ਪੜ੍ਹਦੇ ਦੇਖਣਾ ਜੀ। ਆਹ ਦੇਖੋ ਬ੍ਰਾਜ਼ੀਲ ਦੀ ਪਾਪੂਲੇਸ਼ਨ ਜ਼ਿਆਦਾ ਆ ਜੀ ਪਾਕਿਸਤਾਨ ਨਾਲੋਂ। ਠੀਕ, ਤੇ ਰਸ਼ੀਆ ਦੀ ਪਾਪੂਲੇਸ਼ਨ ਜ਼ਿਆਦਾ ਆ ਜਾਪਾਨ ਨਾਲੋਂ। ਜਦੋਂ ਦਾ ਡਾਟਾ ਪੜ੍ਹੀਏ ਨਾ, ਕੁਛ ਆਪਣੇ ਦਿਮਾਗ 'ਚ ਇਸ ਤਰ੍ਹਾਂ ਦੀਆਂ ਗੱਲਾਂ ਯਾਦ ਰੱਖੀ ਦੀਆਂ ਵੀ ਹਾਂ ਵੀ ਪਹਿਲੀਆਂ 3-4 ਕੰਟਰੀਆਂ ਕਿਹੜੀਆਂ ਆ, ਫਿਰ ਕਿਹੜੀਆਂ ਇੰਪੋਰਟੈਂਟ ਕੰਟਰੀ ਦੀ ਪਾਪੂਲੇਸ਼ਨ ਦੂਜੀ ਨਾਲੋਂ ਜ਼ਿਆਦਾ ਆ, ਇਸ ਹਿਸਾਬ ਨਾਲ। ਬਾਕੀ ਐਕਸਕਲੂਜ਼ਨ ਮੈਥਡ ਨਾਲ ਆਨਸਰ ਕੱਢਣਾ ਤੁਸੀਂ। ਆਨਸਰ ਕੀ ਹੋ ਗਿਆ ਜੀ? C। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰੱਖਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਾਂਗੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।